ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਲਾੜ ਵਿੱਚ ਉੱਤਰ ਦਿਸ਼ਾ ਵਿੱਚ ਧਰੁਵ ਨਾਮ ਦਾ ਇੱਕ ਤਾਰਾ ਹੈ। ਇਹ ਉਹ ਧਰੁਵ ਹੈ ਜੋ 5 ਸਾਲ ਦੀ ਉਮਰ ਵਿੱਚ ਆਪਣਾ ਰਾਜ ਭਾਗ ਤਿਆਗ ਕੇ ਪਰਮਾਤਮਾ ਦੀ ਭਾਲ ਵਿੱਚ ਨਿਕਲਿਆ। ਉਸਨੇ ਬਹੁਤ ਕਠਿਨ ਤਪੱਸਿਆ ਕੀਤੀ ਅਤੇ ਪਰਮਾਤਮਾ ਨੂੰ ਪਾਇਆ। ਇਸ ਧਰੁਵ ਦਾ ਮੇਲ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਕਿੱਥੇ ਹੋਇਆ? ਆਓ ਜਾਣੀਏ ਧਰੁਵ ਦੀ ਕਹਾਣੀ। ਸਵੈੰਭੂ ਮਨੂ ਇੱਕ ਰਾਜਾ ਸੀ। ਉਸ ਦੀ ਪਤਨੀ ਦਾ ਨਾਮ ਸਤਰੂਪਾ ਸੀ। ਉਸਦੇ 7 ਪੁੱਤਰ ਅਤੇ 3 ਧੀਆਂ ਸਨ। 7 ਪੁੱਤਰਾਂ ਵਿੱਚੋਂ ਇੱਕ ਦਾ ਨਾਂ ਉਤਾਨਪਦ ਸੀ, ਜੋ ਆਪਣੇ ਪਿਤਾ ਸਵੈੰਭੂ ਮਨੂ ਤੋਂ ਬਾਅਦ ਰਾਜਗੱਦੀ 'ਤੇ ਬੈਠਾ। ਉਤਾਨਪਦ ਦੀਆਂ 2 ਪਤਨੀਆਂ ਸਨ, ਜਿਸ ਦਾ ਨਾਮ ਸੀ ਸੁਨੀਤੀ, ਉਸ ਦਾ ਪੁੱਤਰ ਧਰੁਵ ਸੀ, ਅਤੇ ਦੂਸਰੀ ਦਾ ਨਾਮ ਸੀ ਸੁਰੁਚੀ, ਜਿਸ ਦਾ ਪੁੱਤਰ ਉੱਤਮ ਸੀ। ਸੁਨੀਤੀ ਉਤਾਨਪਦ ਦੀ ਪਹਿਲੀ ਪਤਨੀ ਸੀ। ਸੁਨੀਤੀ ਵੱਡੀ ਰਾਣੀ ਸੀ, ਪਰ ਰਾਜਾ ਆਪਣੀ ਦੂਸਰੀ ਪਤਨੀ ਸੁਰੁਚੀ ਨੂੰ ਜ਼ਿਆਦਾ ਪਸੰਦ ਕਰਦਾ ਸੀ। ਧਰੁਵ ਵੱਡਾ ਹੋਣ ਕਰਕੇ ਗੱਦੀ ਦਾ ਕੁਦਰਤੀ ਉੱਤਰਾਧਿਕਾਰੀ ਸੀ, ਪਰ ਸੁਰੁਚੀ ਆਪਣੇ ਪਤੀ ਤੋਂ ਬਾਅਦ ਆਪਣੇ ਪੁੱਤਰ ਉੱਤਮ ਨੂੰ ਰਾਜਾ ਬਣਨੇ ਦੇਖਣਾ ਚਾਹੁੰਦੀ ਸੀ। ਇਸ ਕਾਰਨ ਉਹ ਧਰੁਵ ਅਤੇ ਉਸ ਦੀ ਮਾਂ ਸੁਨੀਤੀ ਤੋਂ ਈਰਖਾ ਕਰਦੀ ਸੀ, ਜੋ ਕਿ ਹੌਲੀ ਹੌਲੀ ਬਹੁਤ ਜ਼ਿਆਦਾ ਨਫ਼ਰਤ ਵਿੱਚ ਬਦਲ ਗਈ। ਤੇ ਵੱਡੀ ਰਾਣੀ ਸੁਨੀਤੀ, ਜੋ ਇਹ ਜਾਣਦੀ ਸੀ ਕਿ ਰਾਜਾ ਸੁਰੁਚੀ ਨੂੰ ਜ਼ਿਆਦਾ ਪਸੰਦ ਕਰਦਾ ਹੈ, ਉਹ ਆਪਣੇ ਆਪ ਨੂੰ ਅਤੇ ਆਪਣੇ ਪੁੱਤਰ ਧਰੁਵ ਨੂੰ ਰਾਜੇ ਤੋਂ ਦੂਰ ਰੱਖਣ ਲੱਗ ਪਈ। ਕਿਉਂਕਿ ਉਹ ਜਦੋਂ ਵੀ ਰਾਜਕਕਸ਼ ਵਿੱਚ ਜਾਂਦੀ ਸੀ ਤਾਂ ਸੁਰੁਚੀ ਉਸ ਨੂੰ ਬੇਇੱਜ਼ਤ ਕਰਕੇ ਉੱਥੋਂ ਕੱਢ ਦਿੰਦੀ ਸੀ ਅਤੇ ਉਸ ਨੂੰ ਰਾਜੇ ਅਤੇ ਰਾਜ ਭਾਗ ਤੋਂ ਦੂਰ ਰਹਿਣ ਨੂੰ ਕਹਿੰਦੀ। ਤੇ ਰਾਜਾ ਉਤਾਨਪਦ ਵੀ ਸੁਰੁਚੀ ਦਾ ਹੀ ਪਕਸ਼ ਲੈਂਦਾ ਸੀ। ਸੁਨੀਤੀ ਆਪਣੇ ਆਪ ਨੂੰ ਅਤੇ ਧਰੁਵ ਨੂੰ ਰਾਜੇ ਤੋਂ ਦੂਰ ਰੱਖਣ ਲੱਗ ਪਈ। ਇੱਕ ਦਿਨ ਧਰੁਵ ਨੇ ਆਪਣੇ ਪਿਤਾ ਨੂੰ ਮਿਲਣ ਲਈ ਇੱਛਾ ਜ਼ਾਹਰ ਕੀਤੀ। ਮਾਂ ਸੁਨੀਤੀ ਨੇ ਬਹੁਤ ਸਮਝਾਇਆ, ਪਰ ਧਰੁਵ ਜਿੱਦ ਕਰਨ ਲੱਗ ਪਿਆ। ਮਾਂ ਨੇ ਬੇਇੱਜ਼ਤੀ ਦੇ ਡਰੋਂ ਧਰੁਵ ਨੂੰ ਸ਼ਾਂਤ ਕਰਨਾ, ਪਿਆਰ ਨਾਲ ਸਮਝਾਉਣਾ ਚਾਹਿਆ, ਤਾਂ ਜੋ ਬੱਚੇ ਦੇ ਕੋਮਲ ਦਿਲ ਨੂੰ ਠੇਸ ਨਾ ਪਹੁੰਚੇ। ਪਰ ਧਰੁਵ ਅਡੋਲ ਰਿਹਾ ਅਤੇ ਆਪਣੀ ਜਿੱਦ 'ਤੇ ਅੜਿਆ ਰਿਹਾ। ਅੰਤ ਵਿੱਚ ਮਾਂ ਸੁਨੀਤੀ ਨੇ ਹਾਰ ਮੰਨ ਲਈ ਤੇ ਉਸ ਨੂੰ ਪਿਤਾ ਕੋਲ ਜਾਣ ਦੀ ਆਗਿਆ ਦਿੱਤੀ। ਜਦੋਂ ਧਰੁਵ ਆਪਣੇ ਪਿਤਾ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਦਾ ਪਿਤਾ ਗੱਦੀ 'ਤੇ ਬੈਠਾ ਸੀ ਅਤੇ ਉਸ ਦੀ ਮਾਂ ਸੁਰੁਚੀ ਵੀ ਨੇੜੇ ਹੀ ਬੈਠੀ ਸੀ, ਤੇ ਉਸ ਦਾ ਭਰਾ ਉੱਤਮ ਪਿਤਾ ਦੀ ਗੋਦੀ ਵਿੱਚ ਬੈਠਾ ਸੀ। ਉੱਤਮ ਨੂੰ ਪਿਤਾ ਦੀ ਗੋਦੀ ਵਿੱਚ ਬੈਠਾ ਦੇਖ ਕੇ ਧਰੁਵ ਵੀ ਪਿਤਾ ਦੀ ਗੋਦੀ ਵਿੱਚ ਬੈਠ ਗਿਆ। ਤਾਂ ਰਾਜੇ ਕੋਲ ਬੈਠੀ ਉਸ ਦੀ ਰਾਣੀ ਸੁਰੁਚੀ ਨੇ ਧਰੁਵ ਨੂੰ ਬਾਹੋਂ ਫੜ ਕੇ ਗੋਦੀ ਤੋਂ ਲਾਹ ਲਿਆ ਅਤੇ ਇਹ ਕਹਿ ਕੇ ਝਿੜਕਿਆ, ਇਹ ਗੋਦੀ ਅਤੇ ਰਾਜੇ ਦੀ ਗੱਦੀ ਮੇਰੇ ਪੁੱਤਰ ਉੱਤਮ ਦੀ ਹੈ। ਮੇਰੀ ਕੁੱਖ ਤੋਂ ਪੈਦਾ ਹੋਇਆ ਬੱਚਾ ਹੀ ਰਾਜੇ ਦੀ ਗੋਦੀ ਵਿੱਚ ਬੈਠ ਸਕਦਾ ਹੈ। ਤੂੰ ਮੇਰੀ ਕੁੱਖੋਂ ਨਹੀਂ ਜੰਮਿਆ। ਜੇ ਤੈਨੂੰ ਰਾਜ ਗੱਦੀ ਜਾਂ ਰਾਜੇ ਦੀ ਗੋਦੀ ਚਾਹੀਦੀ ਹੈ ਤਾਂ ਤੈਨੂੰ ਪਰਮਾਤਮਾ ਦੀ ਭਗਤੀ ਕਰਕੇ ਮੇਰੀ ਕੁੱਖੋਂ ਜਨਮ ਲੈਣਾ ਪਵੇਗਾ। ਤੇ ਆਪਣੀ ਮਤਰੇਈ ਮਾਂ ਸੁਰੁਚੀ ਦੇ ਇਸ ਮਾੜੇ ਵਤੀਰੇ ਤੋਂ ਬਹੁਤ ਦੁਖੀ ਹੋਇਆ ਧਰੁਵ ਰੋਂਦਾ ਹੋਇਆ ਆਪਣੀ ਮਾਂ ਸੁਨੀਤੀ ਕੋਲ ਆਇਆ ਅਤੇ ਆਪਣੀ ਮਾਂ ਨੂੰ ਉਸ ਨਾਲ ਮਤਰੇਈ ਮਾਂ ਵੱਲੋਂ ਕੀਤੇ ਗਏ ਵਤੀਰੇ ਬਾਰੇ ਦੱਸਿਆ। ਮਾਂ ਨੇ ਕਿਹਾ, ਪੁੱਤਰ, ਤੇਰਾ ਪਿਤਾ ਤੇਰੀ ਮਤਰੇਈ ਮਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ ਤੇ ਉਹੀ ਅਸਲੀ ਰਾਣੀ ਹੈ। ਤੇ ਕਹਿਣ ਲੱਗਾ, ਮਾਂ, ਸੁਰੁਚੀ ਮਾਂ ਰਾਣੀ ਹੈ ਤੇ ਤੂੰ ਰਾਣੀ ਨਹੀਂ। ਅੱਜ ਸੁਰੁਚੀ ਮਾਂ ਨੇ ਮੈਨੂੰ ਕਿਹਾ ਕਿ ਜੇ ਤੈਨੂੰ ਰਾਜੇ ਦੀ ਗੋਦੀ ਜਾਂ ਗੱਦੀ ਚਾਹੀਦੀ ਹੈ ਤਾਂ ਤੈਨੂੰ ਮੇਰੀ ਕੁੱਖੋਂ ਜਨਮ ਲੈਣਾ ਪਵੇਗਾ। ਤੈਨੂੰ ਪਰਮਾਤਮਾ ਦੀ ਭਗਤੀ ਕਰਨੀ ਪਵੇਗੀ। ਕੀ ਤੁਸੀਂ ਭਗਤੀ ਨਹੀਂ ਕੀਤੀ? ਤੇ ਮਾਂ ਨੇ ਉਦਾਸ ਜਿਹੇ ਹੋ ਕੇ ਕਿਹਾ, ਨਹੀਂ ਪੁੱਤਰ, ਮੈਂ ਭਗਤੀ ਨਹੀਂ ਕੀਤੀ। ਤੇਰੀ ਸੁਰੁਚੀ ਮਾਂ ਨੇ ਭਗਤੀ ਕੀਤੀ ਹੈ, ਤਦੇ ਤਾਂ ਤੇਰਾ ਪਿਤਾ ਉਸ ਨੂੰ ਜ਼ਿਆਦਾ ਪਸੰਦ ਕਰਦਾ ਹੈ ਤੇ ਉਹੀ ਇੱਥੋਂ ਦੀ ਰਾਣੀ ਹੈ। ਤੇ ਉਹ ਸਹੀ ਕਹਿ ਰਹੀ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਨਾਲ ਹੀ ਰਾਜ ਭਾਗ ਮਿਲਦਾ ਹੈ। ਤੇ ਆਪਾਂ ਦੋਵਾਂ ਨੇ ਪਿਛਲੇ ਜਨਮ 'ਚ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਇਸ ਲਈ ਰਾਜੇ ਨੇ ਸਾਡੇ ਦੋਹਾਂ ਤੋਂ ਮੂੰਹ ਮੋੜ ਲਿਆ ਹੈ। ਹੁਣ ਸਾਨੂੰ ਪਰਮਾਤਮਾ ਦਾ ਹੀ ਸਹਾਰਾ ਹੈ। ਸਾਡਾ ਆਸਰਾ ਸਿਰਫ ਪਰਮਾਤਮਾ ਹੀ, ਉਹੀ ਸਾਡੇ ਦੁੱਖ ਦੂਰ ਕਰਨ ਵਾਲਾ ਹੈ। ਦੋਵਾਂ ਮਾਵਾਂ ਦੀਆਂ ਗੱਲਾਂ ਦਾ 5 ਸਾਲ ਦੇ ਬੱਚੇ 'ਤੇ ਡੂੰਘਾ ਅਸਰ ਪਿਆ ਤੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ਮੈਂ ਹੁਣ ਪਰਮਾਤਮਾ ਨੂੰ ਪਾਵਾਂਗਾ। ਮੈਂ ਉਸ ਨਾਰਾਇਣ ਦੀ ਪੂਜਾ ਕਰਾਂਗਾ, ਉਸ ਤੱਕ ਪਹੁੰਚਾਂਗਾ ਜੋ ਬਲਸ਼ਾਲੀ ਹੈ, ਜੋ ਸਾਰਿਆਂ ਨੂੰ ਰਾਜਾ ਬਣਾਉਂਦਾ ਹੈ, ਜੋ ਸਭ ਕੁਝ ਦੇਵਨਹਾਰ ਹੈ। ਤੇ ਮਾਂ ਨੇ ਕਿਹਾ, ਪੁੱਤਰ, ਉਹ ਰਾਹ ਬਹੁਤ ਔਖਾ ਹੈ, ਬੜਾ ਕਠਿਨ ਰਸਤਾ ਹੈ।
ਬੜੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਨੇ। ਪਰ ਧਰੁਵ ਜਿਵੇਂ ਆਪਣੀ ਜਿੱਦ 'ਤੇ ਹੀ ਅੜ ਗਿਆ ਸੀ ਕਿ ਨਹੀਂ, ਮੈਂ ਪਰਮਾਤਮਾ ਨੂੰ ਪਾਉਣਾ ਹੈ, ਮੈਂ ਉਸ ਨੂੰ ਲੱਭਣਾ ਹੈ। ਉਹ ਕਿੱਥੇ ਰਹਿੰਦਾ ਹੈ? ਤਾਂ ਮਾਂ ਨੇ ਕਿਹਾ, ਉਸ ਨੂੰ ਪਾਉਣ ਵਾਸਤੇ, ਉਸ ਨੂੰ ਲੱਭਣ ਵਾਸਤੇ, ਉਸ ਤੱਕ ਪਹੁੰਚਣ ਵਾਸਤੇ ਤਪੱਸਿਆ ਕਰਨੀ ਪੈਂਦੀ ਹੈ, ਸਾਧਨਾ ਕਰਨੀ ਪੈਂਦੀ ਹੈ, ਜਪ ਕਰਨਾ ਪੈਂਦਾ ਹੈ। ਧਰੁਵ ਬੋਲਿਆ, ਮਾਂ ਮੈਂ ਸਾਰਾ ਕੁਝ ਕਰਾਂਗਾ, ਪਰ ਮੈਂ ਉਸ ਪਰਮਾਤਮਾ ਤੱਕ ਪਹੁੰਚਾਂਗਾ। ਅਤੇ ਮਾਂ ਧਰੁਵ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਈ ਅਤੇ ਧਰੁਵ ਨੇ ਆਪਣੀ ਮਾਂ ਦੇ ਪੈਰਾਂ 'ਤੇ ਮੱਥਾ ਟੇਕਿਆ ਅਤੇ ਕਿਹਾ, ਮਾਂ ਹੁਣ ਤੁਸੀਂ ਮੈਨੂੰ ਆਗਿਆ ਦਿਓ, ਮੈਂ ਉਸ ਪਰਮਾਤਮਾ ਨੂੰ ਪਾਉਣ ਜਾ ਰਿਹਾ ਹਾਂ। ਇਹ ਕਹਿ ਕੇ ਧਰੁਵ ਮਹਿਲਾਂ ਤੋਂ ਬਾਹਰ ਨਿਕਲ ਗਿਆ। ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਧਰੁਵ ਦੇ ਮਗਰ ਗਿਆ, ਧਰੁਵ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਬੱਚੇ, ਤੂੰ ਬਹੁਤ ਛੋਟਾ ਹੈ, ਤੂੰ ਮੁਸ਼ਕਲਾਂ ਨਹੀਂ ਸਹਾਰ ਸਕੇਂਗਾ, ਜੰਗਲ ਵਿੱਚ ਤੈਨੂੰ ਪਰੇਸ਼ਾਨੀ ਹੋਏਗੀ, ਤੁਸੀਂ ਵਾਪਸ ਆ ਜਾਓ, ਮੈਂ ਹੁਣੇ ਤੁਹਾਨੂੰ ਅੱਧਾ ਰਾਜ ਦੇ ਦਿੰਦਾ ਹਾਂ। ਤਾਂ ਧਰੁਵ ਕਹਿਣ ਲੱਗਾ, ਪਿਤਾ ਜੀ ਹਾਲੇ ਤਾਂ ਮੈਂ ਮਹਿਲਾਂ ਤੋਂ ਬਾਹਰ ਹੀ ਨਿਕਲਿਆ ਅਤੇ ਤੁਸੀਂ ਮੈਨੂੰ ਹੁਣੇ ਹੀ ਅੱਧਾ ਰਾਜ ਦੇ ਦਿੱਤਾ, ਅਤੇ ਜੇ ਮੈਂ ਉਸ ਪਰਮਾਤਮਾ ਨੂੰ ਪਾ ਲਵਾਂਗਾ ਤਾਂ ਫਿਰ। ਅਤੇ ਇੰਨਾ ਕਹਿ ਕੇ ਉਹ ਫਿਰ ਜੰਗਲ ਵੱਲ ਤੁਰ ਪਿਆ, ਜਿਵੇਂ ਉਸਨੇ ਠਾਣ ਹੀ ਲਿਆ ਸੀ ਕਿ ਉਹ ਪਰਮਾਤਮਾ ਨੂੰ ਪਾਵੇਗਾ, ਪਰਮਾਤਮਾ ਦੀ ਭਗਤੀ ਕਰੇਗਾ, ਚਾਹੇ ਕੁਛ ਵੀ ਹੋ ਜਾਏ, ਉਹ ਤਪੱਸਿਆ ਕਰੇਗਾ। ਜਦ ਜੰਗਲ ਦੇ ਵਿੱਚ ਪਹੁੰਚਿਆ ਤਾਂ ਧਰੁਵ ਨੂੰ ਨਾਰਦ ਮੁਨੀ ਜੀ ਮਿਲੇ। ਉਹਨਾਂ ਕਿਹਾ, ਪੁੱਤਰ ਤੂੰ ਘਰ ਜਾ, ਤੇਰੇ ਮਾਤਾ ਪਿਤਾ ਨੂੰ ਚਿੰਤਾ ਹੋਏਗੀ, ਤੂੰ ਬਹੁਤ ਛੋਟਾ ਹੈ, 5 ਸਾਲ ਦੇ ਬੱਚੇ ਦੇ ਮਨ ਵਿੱਚ ਇੰਨਾ ਗੁੱਸਾ ਨਹੀਂ ਹੋਣਾ ਚਾਹੀਦਾ। ਤਾਂ ਧਰੁਵ ਨੇ ਨਾਰਦ ਮੁਨੀ ਨੂੰ ਆਪਣੀ ਮਾਂ ਦੇ ਵਤੀਰੇ ਬਾਰੇ ਦੱਸਿਆ ਅਤੇ ਉਸਨੇ ਕਿਹਾ ਕਿ ਉਹ ਪਰਮਾਤਮਾ ਹੀ ਹੈ ਜੋ ਸਭ ਨੂੰ ਰਾਜ ਦਿੰਦਾ ਹੈ। ਅਤੇ ਮੇਰੀ ਮਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਤੂੰ ਉਸ ਪਰਮਾਤਮਾ ਦੀ ਭਗਤੀ ਕਰ, ਫਿਰ ਮੇਰੀ ਕੁੱਖੋਂ ਜਨਮ ਲਈ ਅਤੇ ਫਿਰ ਰਾਜਾ ਬਣੀ। ਹੁਣ ਮੈਨੂੰ ਰਾਜ ਤੇ ਨਹੀਂ ਚਾਹੀਦਾ, ਪਰ ਮੈਂ ਉਸ ਪਰਮਾਤਮਾ ਨੂੰ ਮਿਲਣਾ ਹੈ, ਉਸ ਨੂੰ ਲੱਭਣਾ ਹੈ ਜੋ ਇਹ ਸਭ ਕੁਝ ਦੇਵਨਹਾਰ ਹੈ। ਤਾਂ ਨਾਰਦ ਮੁਨੀ ਨੇ ਧਰੁਵ ਦਾ ਚਿਹਰਾ ਵੇਖਿਆ, ਉਸਦੇ ਪੱਕੇ ਇਰਾਦੇ ਵੱਲ ਵੇਖਿਆ ਅਤੇ ਉਸ ਨੂੰ ਇੱਕ ਮੰਤਰ ਦਿੱਤਾ ਅਤੇ ਉਸ ਮੰਤਰ ਨੂੰ ਬੋਲਣਾ ਸਿਖਾਇਆ। ਫਿਰ ਦੇਵ ਰਿਸ਼ੀ ਨਾਰਦ ਮੁਨੀ ਨੇ ਉਸ ਨੂੰ ਇਸ ਮੰਤਰ ਦਾ ਜਮਨਾ ਦੇ ਕਿਨਾਰੇ ਮਧੂਵਨ ਜਾ ਕੇ ਜਾਪ ਕਰਨ ਲਈ ਕਿਹਾ ਅਤੇ ਘੋਰ ਤਪੱਸਿਆ ਕਰਨ ਲਈ ਕਿਹਾ। ਅਤੇ ਧਰੁਵ ਦੇਵ ਰਿਸ਼ੀ ਨਾਰਦ ਮੁਨੀ ਨੂੰ ਨਮਸਕਾਰ ਕਰਕੇ ਮਧੂਵਨ ਪਹੁੰਚ ਗਿਆ। ਫਿਰ ਨਾਰਦ ਮੁਨੀ ਉਸਦੇ ਪਿਤਾ ਉਤਾਨਪਾਦ ਕੋਲ ਗਏ ਜੋ ਕਾਫੀ ਪਰੇਸ਼ਾਨ ਸੀ। ਉਸਨੇ ਨਾਰਦ ਮੁਨੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਉਹ ਇੱਕ ਇਸਤਰੀ ਦੇ ਵੱਸ ਵਿੱਚ ਆ ਗਿਆ ਹੈ ਅਤੇ ਉਸਨੇ ਆਪਣੇ ਬੱਚੇ ਨੂੰ ਘਰ ਛੱਡਣ 'ਤੇ ਮਜਬੂਰ ਕਰ ਦਿੱਤਾ। ਮੈਨੂੰ ਇਸ ਦਾ ਪਛਤਾਵਾ ਹੈ। ਹੁਣ ਮੇਰੇ ਬੱਚੇ ਦਾ ਕੀ ਹਾਲ ਹੋਏਗਾ? ਉਹ ਬਹੁਤ ਛੋਟਾ ਹੈ, ਉਸ ਨੂੰ ਜੰਗਲੀ ਜਾਨਵਰ ਖਾ ਜਾਣਗੇ, ਉਹ ਇੰਨੀ ਦੇਰ ਨਹੀਂ ਰਹਿ ਸਕੇਗਾ, ਉਸ ਨੂੰ ਕੁਝ ਹੋ ਜਾਏਗਾ। ਤਾਂ ਨਾਰਦ ਮੁਨੀ ਜੋ ਇਹ ਸਭ ਕੁਝ ਦੇਖ ਰਹੇ ਸਨ, ਉਹਨਾਂ ਕਿਹਾ, ਰਾਜਨ ਤੁਸੀਂ ਆਪਣੇ ਬੱਚੇ ਦੀ ਚਿੰਤਾ ਨਾ ਕਰੋ, ਹੁਣ ਉਸ ਦਾ ਰਖਵਾਲਾ ਰੱਬ ਹੈ। ਉਹ ਬਹੁਤ ਦ੍ਰਿੜ ਇਰਾਦੇ ਨਾਲ ਅਤੇ ਪੱਕੇ ਮਨ ਨਾਲ ਪਰਮਾਤਮਾ ਦੀ ਭਾਲ ਵਿੱਚ ਗਿਆ ਹੈ। ਭਵਿੱਖ ਵਿੱਚ ਉਸ ਦੀ ਪ੍ਰਸਿੱਧੀ ਹਰ ਪਾਸੇ ਫੈਲੇਗੀ। ਧਰੁਵ ਨੇ ਪਹਿਲੇ ਮਹੀਨੇ ਕੈਚੂ ਅਤੇ ਬੇਰ ਖਾ ਕੇ, ਦੂਜੇ ਮਹੀਨੇ ਸੁੱਕੇ ਪੱਤੇ ਖਾ ਕੇ, ਤੀਜੇ ਮਹੀਨੇ ਪਾਣੀ ਅਤੇ ਚੌਥੇ ਮਹੀਨੇ ਸਿਰਫ ਹਵਾ ਲੈ ਕੇ ਤਪੱਸਿਆ ਕੀਤੀ। ਅਤੇ ਜਦੋਂ ਧਰੁਵ ਆਪਣੀ ਤਪੱਸਿਆ ਅਤੇ ਸਿਮਰਨ ਵਿੱਚ ਲੀਨ ਸਨ, ਕਥਾ ਵਿੱਚ ਆਉਂਦਾ ਹੈ ਕਿ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ 3 ਦਿਨ ਵੇਈਂ ਨਦੀ ਵਿੱਚ ਡੁੱਬੀ ਮਾਰ ਕੇ ਧੁਰ ਦਰਗਾਹ ਗਏ ਸਨ, ਮਨੁੱਖਤਾ ਦੀ ਭਲਾਈ ਲਈ ਧੁਰ ਕੀ ਬਾਣੀ ਲੈਣ ਵਾਸਤੇ। ਅਤੇ ਕਹਿੰਦੇ ਨੇ ਕਿ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਧਰੁਵ ਮੰਡਲ 'ਤੇ ਗਏ ਤਾਂ ਇੱਥੇ ਧਰੁਵ ਸਿਮਰਨ ਵਿੱਚ ਲੀਨ ਸੀ, ਕਠਿਨ ਤਪੱਸਿਆ ਕਰ ਰਿਹਾ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਕੇ ਉਸਨੇ ਨਮਸਕਾਰ ਕੀਤੀ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਧਰੁਵ ਤੁਸੀਂ ਉੱਤਮ ਭਗਤ ਹੋ, ਤੁਸੀਂ ਯਕੀਨਨ ਪਰਮਾਤਮਾ ਤੱਕ ਪਹੁੰਚੋਗੇ। ਗੁਰੂ ਨਾਨਕ ਪਾਤਸ਼ਾਹ ਅਤੇ ਧਰੁਵ ਵਿੱਚ ਥੋੜ੍ਹੀ ਵਾਰਤਾਲਾਪ ਹੋਈ ਅਤੇ ਧਰੁਵ ਨੇ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਅਕਾਲ ਪੁਰਖ ਬਾਰੇ ਜਾਣਿਆ ਅਤੇ ਫਿਰ ਆਪਣੀ ਭਗਤੀ ਵਿੱਚ ਲੀਨ ਹੋ ਗਿਆ। ਅਤੇ ਧਰੁਵ ਨੇ 5ਵੇਂ ਮਹੀਨੇ 'ਚ ਇੱਕ ਪੈਰ 'ਤੇ ਖੜ੍ਹੇ ਹੋ ਕੇ ਸਾਹ ਬੰਦ ਕਰਕੇ ਤਪੱਸਿਆ ਕੀਤੀ, ਕਿਉਂਕਿ ਉਹਨੇ ਸਾਹਾਂ ਨੂੰ ਜਿੱਤ ਲਿਆ ਸੀ। ਧਰੁਵ ਦੀ ਤਪੱਸਿਆ ਦੇ ਕਾਰਨ ਨਦੀਆਂ, ਸਾਗਰ ਅਤੇ ਪਹਾੜਾਂ ਸਮੇਤ ਸਾਰੀ ਧਰਤੀ ਪਰੇਸ਼ਾਨ ਹੋ ਗਈ ਅਤੇ ਉਸ ਦੀ ਤਪੱਸਿਆ ਕਾਰਨ ਦੇਵਤਿਆਂ ਵਿੱਚ ਵੀ ਹਲਚਲ ਸ਼ੁਰੂ ਹੋ ਗਈ। ਦੇਵਤੇ ਦੁਖੀ ਹੋ ਕੇ ਇੰਦਰ ਕੋਲ ਗਏ ਅਤੇ ਇੰਦਰ ਦੇਵਤਾ ਨਾਲ ਸਲਾਹ ਕਰਕੇ ਧਰੁਵ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਦੇਵਤਿਆਂ ਨੇ ਕਦੀ ਮਾਇਆ ਦੁਆਰਾ, ਕਦੇ ਜੰਗਲੀ ਜਾਨਵਰਾਂ ਦੁਆਰਾ, ਕਦੇ ਦੈਂਤਾਂ ਦੁਆਰਾ
ਧਰੁਵ ਦੇ ਮਨ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਹਨਾਂ ਨੇ ਧਰੁਵ ਦੀ ਮਾਂ ਦਾ ਰੂਪ ਵੀ ਧਾਰ ਲਿਆ, ਪਰ ਅਸਫਲ ਰਹੇ, ਕਿਉਂਕਿ ਧਰੁਵ ਕੇਵਲ ਭਗਵਾਨ ਵਿਸ਼ਨੂੰ ਦੇ ਸਿਮਰਨ ਵਿੱਚ ਹੀ ਇਕਾਗਰ ਰਿਹਾ। ਉਹ ਕਿਸੇ ਵੱਲ ਵੀ ਧਿਆਨ ਨਹੀਂ ਸੀ ਦੇ ਰਿਹਾ। ਜਦ ਹਰ ਤਰ੍ਹਾਂ ਦੇ ਯਤਨ ਅਸਫਲ ਹੋ ਗਏ ਤਾਂ ਦੇਵਤੇ ਬਹੁਤ ਡਰ ਗਏ ਤਾਂ ਸਾਰੇ ਇਕੱਠੇ ਹੋ ਕੇ ਹਰੀ ਦੀ ਸ਼ਰਨ ਵਿੱਚ ਚਲੇ ਗਏ। ਦੇਵਤਿਆਂ ਨੇ ਕਿਹਾ, ਹੇ ਜਗਤਪਤੀ ਨਾਰਾਇਣ, ਅਸੀਂ ਉਤਾਨਪਦ ਦੇ ਪੁੱਤਰ ਦੀ ਤਪੱਸਿਆ ਤੋਂ ਡਰਦੇ ਹਾਂ, ਇਸੇ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਸੀਂ ਨਹੀਂ ਜਾਣਦੇ ਕਿ ਉਹ ਇੰਦਰ ਦੀ ਪਦਵੀ ਚਾਹੁੰਦਾ ਹੈ ਜਾਂ ਸੂਰਜ ਦੀ ਜਾਂ ਵਰੁਣ ਦੀ ਜਾਂ ਚੰਦਰਮਾ ਦੀ। ਉਹ ਕਿਹੜੀ ਪਦਵੀ ਲਈ ਤਪੱਸਿਆ ਕਰ ਰਿਹਾ ਹੈ। ਕਿਰਪਾ ਕਰਕੇ ਤੁਸੀਂ ਸਾਡੇ 'ਤੇ ਮਿਹਰ ਕਰੋ, ਉਸ ਨੂੰ ਤਪੱਸਿਆ ਤੋਂ ਸੰਨਿਆਸ ਦਿਵਾਓ। ਤਾਂ ਜਗਤਪਤੀ ਨਾਰਾਇਣ ਨੇ ਕਿਹਾ, ਹੇ ਦੇਵਤਿਓ, ਉਸ ਨੂੰ ਇੰਦਰ, ਸੂਰਜ, ਵਰੁਣ, ਕੁਬੇਰ ਆਦਿ ਕਿਸੇ ਪਦ ਦੀ ਇੱਛਾ ਨਹੀਂ ਹੈ। ਤੁਸੀਂ ਸਾਰੇ ਬਿਨਾਂ ਕਿਸੇ ਚਿੰਤਾ ਦੇ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਜਾਓ। ਉਹ ਤੁਹਾਡੀ ਪਦਵੀ ਨਹੀਂ ਚਾਹੁੰਦਾ। ਮੈਂ ਉਸ ਦੀ ਤਪੱਸਿਆ ਅਤੇ ਉਸ ਦੇ ਸਿਮਰਨ ਤੋਂ ਬਹੁਤ ਖੁਸ਼ ਹਾਂ। ਮੈਂ ਉਸ ਬੱਚੇ ਦੀ ਹਰ ਇੱਛਾ ਪੂਰੀ ਕਰਾਂਗਾ ਅਤੇ ਉਸ ਨੂੰ ਤਪੱਸਿਆ ਤੋਂ ਸੰਨਿਆਸ ਦਿਵਾਵਾਂਗਾ। ਤੇ ਭਗਵਾਨ ਵਿਸ਼ਨੂੰ ਧਰੁਵ ਦੀ ਕਠਿਨ ਤਪੱਸਿਆ ਤੋਂ ਸੰਤੁਸ਼ਟ ਹੋ ਕੇ, ਖੁਸ਼ ਹੋ ਕੇ ਆਪਣੇ ਭਗਤ ਧਰੁਵ ਦੇ ਸਾਹਮਣੇ ਪ੍ਰਗਟ ਹੋਏ ਤੇ ਭਗਵਾਨ ਵਿਸ਼ਨੂੰ ਬੋਲੇ, ਹੇ ਉਤਾਨਪਦ ਦੇ ਪੁੱਤਰ ਧਰੁਵ, ਤੇਰਾ ਕਲਿਆਣ ਹੋਵੇ। ਮੈਂ ਤੇਰੀ ਤਪੱਸਿਆ ਤੋਂ ਬਹੁਤ ਖੁਸ਼ ਹਾਂ। ਮੈਂ ਤੈਨੂੰ ਵਰਦਾਨ ਦੇਣ ਲਈ ਪ੍ਰਗਟ ਹੋਇਆ ਹਾਂ। ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਤੇ ਆਪਣੀ ਇੱਛਾ ਅਨੁਸਾਰ ਵਰ ਮੰਗੋ। ਤੇ ਭਗਵਾਨ ਵਿਸ਼ਨੂੰ ਦੇ ਅਜਿਹੇ ਬਚਨ ਸੁਣ ਕੇ ਬਾਲ ਧਰੁਵ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਆਪਣੇ ਸਾਹਮਣੇ ਜਗਤਪਤੀ ਨਾਰਾਇਣ ਭਗਵਾਨ ਵਿਸ਼ਨੂੰ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਉਸਨੇ ਭਗਵਾਨ ਵਿਸ਼ਨੂੰ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਉਸਤਤ ਕਰਨੀ ਚਾਹੀ, ਪਰ ਇਹ ਸੋਚ ਕੇ ਉਸਦਾ ਮਨ ਡਰ ਗਿਆ। ਧਰੁਵ ਨੇ ਕਿਹਾ, ਪ੍ਰਭੂ, ਮੈਂ ਤੁਹਾਡੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ, ਤੁਹਾਡੀ ਉਸਤਤ ਕਰਨਾ ਚਾਹੁੰਦਾ ਹਾਂ, ਪਰ ਆਪਣੀ ਅਗਿਆਨਤਾ ਦੇ ਕਾਰਨ ਮੈਂ ਕੁਝ ਵੀ ਬੋਲਣ ਦੇ ਯੋਗ ਨਹੀਂ ਹਾਂ। ਇਸ ਲਈ ਕਿਰਪਾ ਕਰਕੇ ਮੈਨੂੰ ਇਹ ਬੁੱਧੀ ਦਿਓ ਕਿ ਮੈਂ ਤੁਹਾਡੀ ਉਸਤਤ ਕਰ ਸਕਾਂ। ਤਾਂ ਭਗਵਾਨ ਵਿਸ਼ਨੂੰ ਨੇ ਆਪਣਾ ਹੱਥ ਧਰੁਵ ਦੇ ਸਿਰ 'ਤੇ ਰੱਖਿਆ। ਇਸ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਧਰੁਵ ਨੇ ਬਹੁਤ ਵਧੀਆ ਤਰੀਕੇ ਨਾਲ ਭਗਵਾਨ ਵਿਸ਼ਨੂੰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਧਰੁਵ ਦੀ ਸਿਫਤ ਸਲਾਹ ਖਤਮ ਹੋ ਗਈ ਤਾਂ ਭਗਵਾਨ ਵਿਸ਼ਨੂੰ ਨੇ ਕਿਹਾ, ਧਰੁਵ, ਤੁਸੀਂ ਮੇਰਾ ਸਾਕਸ਼ਾਤ ਦਰਸ਼ਨ ਕੀਤਾ ਹੈ। ਇਹ ਨਿਸ਼ਚਿਤ ਹੀ ਤੇਰੀ ਤਪੱਸਿਆ ਦਾ ਫਲ ਹੈ, ਪਰ ਮੇਰੇ ਦਰਸ਼ਨ ਕਰ ਤੂੰ ਨਿਸ਼ਫਲ ਨਾ ਰਹੀਂ। ਜੋ ਤੇਰੇ ਮਨ ਦੀ ਇੱਛਾ ਹੈ ਉਹ ਜ਼ਾਹਰ ਕਰੋ। ਧਰੁਵ ਨੇ ਕਿਹਾ, ਪ੍ਰਭੂ, ਇਸ ਸੰਸਾਰ ਵਿੱਚ ਤੁਹਾਡੇ ਤੋਂ ਕੀ ਲੁਕਿਆ ਹੈ। ਮੇਰੀ ਮਤਰੇਈ ਮਾਂ ਦੇ ਬੋਲਾਂ ਤੋਂ ਦੁਖੀ ਹੋ ਕੇ ਮੈਂ ਤੁਹਾਡੀ ਤਪੱਸਿਆ ਵੱਲ ਝੁਕ ਗਿਆ ਹਾਂ, ਜਿਸ ਨੇ ਕਿਹਾ ਸੀ ਕਿ ਮੈਂ ਆਪਣੇ ਪਿਤਾ ਦੀ ਗੱਦੀ ਲਈ ਯੋਗ ਨਹੀਂ ਹਾਂ। ਇਸ ਲਈ ਸੰਸਾਰ ਨੂੰ ਰਚਣ ਵਾਲੇ ਵਾਹਿਗੁਰੂ, ਤੇਰੀ ਕਿਰਪਾ ਨਾਲ ਮੈਂ ਉਹ ਥਾਂ ਚਾਹੁੰਦਾ ਹਾਂ ਜੋ ਇਸ ਸੰਸਾਰ ਵਿੱਚ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ। ਤਾਂ ਭਗਵਾਨ ਵਿਸ਼ਨੂੰ ਨੇ ਕਿਹਾ, ਧਰੁਵ, ਤੁਸੀਂ ਮੈਨੂੰ ਆਪਣੇ ਪਿਛਲੇ ਜਨਮ ਵਿੱਚ ਵੀ ਸੰਤੁਸ਼ਟ ਕੀਤਾ ਸੀ, ਇਸ ਲਈ ਤੁਹਾਨੂੰ ਉਹ ਸਥਾਨ ਜ਼ਰੂਰ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ। ਤੁਸੀਂ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਸੀ ਅਤੇ ਤੁਸੀਂ ਨਿਰੰਤਰ ਮੇਰੇ ਵਿੱਚ ਕੇਂਦਰਿਤ ਸੀ, ਮਾਤਾ ਪਿਤਾ ਦੇ ਸੇਵਕ ਅਤੇ ਸਵੈ ਧਰਮ ਦੇ ਪੈਰੋਕਾਰ ਸੀ। ਬਾਅਦ ਵਿੱਚ ਇੱਕ ਰਾਜਕੁਮਾਰ ਨਾਲ ਤੁਹਾਡੀ ਦੋਸਤੀ ਹੋ ਗਈ। ਉਸ ਦੀ ਸ਼ਾਨ ਨੂੰ ਵੇਖ ਕੇ ਤੁਸੀਂ ਵੀ ਇੱਛਾ ਕੀਤੀ ਸੀ ਕਿ ਮੈਂ ਵੀ ਰਾਜਕੁਮਾਰ ਹੋਵਾਂ। ਇਸ ਲਈ ਹੇ ਧਰੁਵ, ਤੂੰ ਆਪਣੀ ਮਨਭਾਉਂਦੀ ਇੱਛਾ ਪੂਰੀ ਕਰ ਲਈ ਹੈ। ਤੇਰਾ ਜਨਮ ਰਾਜਾ ਉਤਾਨਪਦ ਦੇ ਘਰ ਹੋਇਆ ਹੈ ਤੇ ਤੂੰ ਜ਼ਰੂਰ ਰਾਜਾ ਬਣੇਗਾ। ਤੁਸੀਂ ਯਕੀਨਨ ਉਹ ਥਾਂ ਜ਼ਰੂਰ ਪਾਓਗੇ ਜੋ ਤਿੰਨਾਂ ਜਹਾਨਾਂ ਵਿੱਚ ਸਭ ਤੋਂ ਉੱਤਮ ਹੈ, ਸਾਰੇ ਗ੍ਰਹਿ ਨਛੱਤਰਾਂ ਦਾ ਆਸਰਾ ਹੈ, ਅਤੇ ਜੋ ਸਵੇਰੇ ਸ਼ਾਮ ਤੇਰੀ ਮਹਿਮਾ ਗਾਉਣਗੇ ਉਹ ਬਹੁਤ ਪੁੰਨ ਪ੍ਰਾਪਤ ਕਰਨਗੇ। ਧਰੁਵ ਦੇ ਨਾਮ ਨਾਲ ਉਸ ਧਰੁਵ ਤਾਰੇ ਨੂੰ ਜਾਣਿਆ ਜਾਂਦਾ ਹੈ। ਧਰੁਵ ਦਾ ਅਰਥ ਹੈ ਸਥਿਰ, ਦ੍ਰਿੜ, ਆਪਣੇ ਸਥਾਨ ਤੋਂ ਅਡੋਲ, ਜਿਸ ਨੂੰ ਭਗਤ ਧਰੁਵ ਨੇ ਸੱਚ ਸਾਬਤ ਕੀਤਾ। ਤੇ ਫਿਰ ਭਗਵਾਨ ਨਾਰਾਇਣ ਨੇ ਉਸ ਨੂੰ ਕਿਹਾ, ਧਰੁਵ, ਹੁਣ ਤੁਸੀਂ ਆਪਣੇ ਰਾਜ ਮਹਿਲ ਵਾਪਸ ਜਾਓ ਅਤੇ ਆਪਣਾ ਰਾਜ ਸੰਭਾਲੋ। ਤੁਹਾਡਾ ਭਰਾ ਉੱਤਮ ਜੰਗਲ ਵਿੱਚ ਸ਼ਿਕਾਰ ਕਰਨ ਲਈ ਜਾਵੇਗਾ, ਜੋ ਉੱਥੇ ਮਾਰਿਆ ਜਾਵੇਗਾ, ਤੇ ਉਸ ਦੀ ਮਾਤਾ ਸੁਰੁਚੀ ਜੋ ਉਸ ਨੂੰ ਲੱਭਣ ਲਈ ਜੰਗਲ ਵਿੱਚ ਆਏਗੀ ਤੇ ਇੱਥੇ ਉਸ ਦੀ ਮ੍ਰਿਤਿੂ ਹੋ ਜਾਵੇਗੀ। ਤੇ ਤੁਹਾਡੇ ਪਿਤਾ ਜੀ ਤੁਹਾਨੂੰ ਰਾਜ ਭਾਗ ਦੇ ਕੇ ਸੰਨਿਆਸ ਲੈ ਲੈਣਗੇ ਅਤੇ ਤੁਸੀਂ ਆਪਣਾ ਰਾਜ ਭਾਗ ਭੋਗ ਕੇ ਮੇਰੇ ਸੰਸਾਰ ਤੱਕ, ਮੇਰੇ ਤੱਕ ਪਹੁੰਚੋਗੇ। ਭਗਤ ਧਰੁਵ ਦੀ ਕਥਾ ਸਾਨੂੰ ਸਿਖਾਉਂਦੀ ਹੈ ਕਿ ਜਿਸ ਦੇ ਮਨ ਵਿੱਚ ਦ੍ਰਿੜ ਇਰਾਦਾ, ਦਿਲ ਵਿੱਚ ਭਰੋਸਾ ਹੋਵੇ, ਉਹ ਇਸ ਸੰਸਾਰ ਵਿੱਚ ਅਸੰਭਵ ਨੂੰ ਵੀ ਸਖਤ ਮਿਹਨਤ ਨਾਲ ਸੰਭਵ ਕਰ ਸਕਦਾ ਹੈ। ਤੇ ਜਦੋਂ ਮਿਹਨਤ ਦੇ ਨਾਲ ਨਾਲ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਭਗਤੀ ਹੋ ਜਾਵੇ ਤਾਂ ਫਿਰ ਸੰਸਾਰ ਨੂੰ ਜਿੱਤਣਾ ਔਖਾ ਨਹੀਂ ਹੈ।